बिछड़ी चोंज पर ले गई, नदी न घटिया नीर। दान दिया दान न घटे, कह गए दास कबीर। ਨੈਸ਼ਨਲ ਯੂਥ ਕਲੱਬ ਰਜਿਸਟਰਡ ਫਰੀਦਕੋਟ, ਜੋ ਕਿ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ। ਇਸ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਸਲਾਹਕਾਰ ਸੁਰੇਸ਼ ਅਰੋੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਲਈ ਸੇਵਾ ਕਰਦੇ ਆ ਰਹੇ ਹਨ, ਜਿਸ ਵਿੱਚ ਉਹਨਾਂ ਵੱਲੋਂ ਵੈਂਟੀਲੇਟਰ ਐਂਬੂਲੈਂਸ ਸਹੂਲਤ, ਅੰਤਮ ਯਾਤਰਾ ਵੈਨ, ਮੱਲ੍ਹਮ ਪੱਟੀ ਸੇਵਾ, ਮਲਟੀਪਰਪਜ਼ ਟ੍ਰੇਨਿੰਗ ਸੈਂਟਰ ਲੜਕੀਆਂ ਲਈ, ਮਾਤਾ ਮਰੀਅਮ ਐਂਬੂਲੈਂਸ ਵੈਨ, ਭਾਈ ਘਨੱਈਆ ਚੌਂਕ ਦੀ ਸੇਵਾ ਅਤੇ ਸ਼ੇਖ ਫਰੀਦ ਦੇਹ ਸੰਭਾਲ ਕੇਂਦਰ ਚਲਾਇਆ ਜਾ ਰਿਹਾ ਹੈ। ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੀ ਇਹ ਬਹੁਤ ਵੱਡੀ ਲੋੜ ਸੀ। ਜਦੋਂ ਕਿ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉਹਨਾਂ ਦੇ ਰਿਸ਼ਤੇਦਾਰ ਸੰਬੰਧੀ ਵਿਦੇਸ਼ਾਂ ਵਿੱਚ ਹੋਣ ਕਾਰਨ ਉਹਨਾਂ ਦੇ ਆਉਣ ਤੱਕ ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਸੀ। ਉਹਨਾਂ ਦੇ ਰਿਸ਼ਤੇਦਾਰ ਆਖਰੀ ਸਮੇਂ ਵੇਲੇ ਆਪਣੇ ਸਾਕ ਸੰਬੰਧੀ ਦਾ ਮੂੰਹ ਨਹੀਂ ਦੇਖ ਸਕਦੇ ਸਨ, ਜਿਸ ਨੂੰ ਦੇਖਦੇ ਹੋਏ ਨੈਸ਼ਨਲ ਯੂਥ ਕਲੱਬ ਨੇ ਇਹ ਪ੍ਰੋਜੈਕਟ ਦਾ ਨਿਰਮਾਣ ਕੀਤਾ। ਇਸ ਨੂੰ ਨੇਪਰੇ ਚਾੜ੍ਹਨ ਲਈ NRI ਵੀਰਾਂ ਅਤੇ ਪੰਜਾਬ ਤੋਂ ਹੋਰ ਦਾਨੀ ਸੱਜਣਾਂ ਦਾ ਅਹਿਮ ਯੋਗਦਾਨ ਰਿਹਾ। ਦਵਿੰਦਰ ਸਿੰਘ ਪ੍ਰਧਾਨ, ਸੁਰੇਸ਼ ਅਰੋੜਾ ਸਲਾਹਕਾਰ, ਡਾਕਟਰ ਬਲਜੀਤ ਸਿੰਘ ਸ਼ਰਮਾ ਪ੍ਰੋਜੈਕਟ ਚੇਅਰਮੈਨ ਅਤੇ ਨਰਾਇਣ ਦਾਸ ਕਾਲੀ ਕੋ ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਹੀਨੇ ਦਾ 1 ਲੱਖ ਤੋਂ ਉੱਪਰ ਬਿੱਲ ਆਉਂਦਾ ਹੈ, ਜਿਸ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮਦਦ ਨਹੀਂ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪ੍ਰਤੀ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਉਹਨਾਂ ਨੇ ਦੇਹ ਸੰਭਾਲ ਕੇਂਦਰ ਦੀ ਬਿਲਡਿੰਗ ਦੀ ਮੁਰੰਮਤ ਅਤੇ ਉਹਨਾਂ ਨੂੰ ਹੋਰ ਆ ਰਹੀਆਂ ਮੁਸ਼ਕਲਾਂ ਦਾ ਚਾਨਣਾ ਪਾਇਆ ਅਤੇ ਦੱਸਿਆ ਕਿ ਪੰਜਾਬ ਦਾ ਇਹ ਇੱਕੋ ਇੱਕ ਪਹਿਲਾ ਕਲੱਬ ਹੈ ਜਿਸ ਨੇ ਆਪਣੇ ਕੋਲੋਂ ਪੈਸੇ ਲਗਾ ਕੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਮਾਣ ਸੁਭਾਗ ਪ੍ਰਾਪਤ ਕੀਤਾ। ਇਸ ਸਮੇਂ ਵਿਕਾਸ ਮਿੱਤਲ ਐਂਬੂਲੈਂਸ ਚੇਅਰਮੈਨ, ਅਜੇ ਜੈਨ ਕੈਸ਼ੀਅਰ ਅਤੇ ਸੁਖਦੇਵ ਸਿੰਘ ਕੇਅਰ ਟੇਕਰ ਵੀ ਮੌਜੂਦ ਰਹੇ। ਆਓ ਦੇਖਦੇ ਹਾਂ ਸਾਡੇ ਪੱਤਰਕਾਰ ਗੋਰਾ ਸੰਧੂ ਦੀ ਵਿਸ਼ੇਸ਼ ਰਿਪੋਰਟ। ਅਸੀਂ ਅੱਜ ਪਹੁੰਚੇ ਹਾਂ ਫਰੀਦਕੋਟ ਸ਼ੇਖ ਫਰੀਦ ਦੇਹ ਸੰਭਾਲ ਕੇਂਦਰ, ਜੋ ਕਿ ਨੈਸ਼ਨਲ ਯੂਥ ਕਲੱਬ ਰਜਿਸਟਰਡ ਫਰੀਦਕੋਟ ਵੱਲੋਂ ਇਸ ਦੀ ਜਿਹੜੀ ਸਿਰਜਣਾ ਕੀਤੀ ਗਈ ਹੈ, ਜੋ ਕਿ ਇਸ ਕਲੱਬ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਹੈ। ਫਰੀਦਕੋਟ ਵਾਸੀਆਂ ਲਈ ਇਹ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ, ਜੋ ਕਿ ਸਮੇਂ ਅਨੁਸਾਰ ਜਿਹੜੀਆਂ ਸਾਡੇ ਫਰੀਦਕੋਟ ਵਾਸੀਆਂ ਦੀਆਂ ਲੋੜਾਂ ਇਹ ਜਿਹੜਾ ਰਜਿਸਟਰਡ ਕਲੱਬ ਹੈ ਇਹ ਪੂਰੀਆਂ ਕਰਦਾ ਹੈ। ਇਸ ਕਲੱਬ ਨੇ ਇਕੱਲਾ ਇਹ ਕੇਂਦਰ ਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਪੂਰੀਆਂ ਕੀਤੀਆਂ। ਸੋ ਆਓ ਸਾਡੇ ਨਾਲ ਦੇ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦਵਿੰਦਰ ਸਿੰਘ ਜੀ, ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਦੇਹ ਸੰਭਾਲ ਕੇਂਦਰ ਦਾ, ਇਹ ਕਿਸ ਤਰ੍ਹਾਂ ਤੁਹਾਡੇ ਮਾਈਂਡ ਵਿੱਚ ਕਿਸ ਤਰ੍ਹਾਂ ਆਇਆ ਔਰ ਕਿਸ ਤਰ੍ਹਾਂ ਤੁਸੀਂ ਇਹਨੂੰ ਮੇਨਟੇਨ ਕਰਦੇ ਹੋ? ਨੈਸ਼ਨਲ ਯੂਥ ਕਲੱਬ ਰਜਿਸਟਰਡ ਫਰੀਦਕੋਟ ਦੇ ਸਾਰੇ ਸਟਾਫ ਮੈਂਬਰ ਸਾਹਿਬਾਨ ਨੇ ਇਹ ਸੋਚਿਆ ਵੀ ਜਿਹੜੇ ਸਾਡੇ ਇੱਥੋਂ ਦੇ ਵਾਸੀ ਵਿਦੇਸ਼ ਵਿੱਚ ਰਹਿ ਰਹੇ ਨੇ, ਉਹਨਾਂ ਦੇ ਸਕੇ ਸੰਬੰਧੀਆਂ ਦੇ ਅੰਤਮ ਦਰਸ਼ਨ ਕਰਨ ਵਾਸਤੇ ਇੱਕ ਸ਼ੇਖ ਫਰੀਦ ਨ੍ਰਿਤਕ ਦੇ ਸੰਭਾਲ ਕੇਂਦਰ ਦਾ ਜਿਹੜਾ ਨੀਂਹ ਪੱਥਰ ਹੈ ਉਹ ਸੰਨ 2004 ਦੇ ਵਿੱਚ ਮਾਨਯੋਗ ਡੀਸੀ ਸਾਹਿਬ ਸ੍ਰੀ ਅਲੋਕ ਸ਼ੇਖੀ ਜੀ ਨੇ ਰੱਖਿਆ ਔਰ 3 ਸਾਲ ਇਹਨੂੰ ਬਣਾਉਣ ਵਾਸਤੇ ਲੱਗੇ। 2007 ਦੇ ਵਿੱਚ ਅਸੀਂ ਇਸ ਨੂੰ ਬਣਾ ਕੇ ਲੋਕ ਅਰਪਣ ਕਰ ਦਿੱਤਾ ਔਰ ਇਸ ਏਰੀਏ ਦੀ ਜਿਹੜੀ ਦਿਹਾਤੀ ਪੰਚਾਇਤ ਹੈ, ਅਸੀਂ ਉਹਨਾਂ ਦੇ ਬੜੇ ਮਸ਼ਹੂਰ ਹੈ। ਉਹਨਾਂ ਨੇ ਜਿਹੜੀ ਜਗ੍ਹਾ ਜਿੰਨੀ ਵੀ ਇਹ ਸਾਰੀ ਹੈ ਇਹ ਦਾਨ ਵਜੋਂ ਉਹਨਾਂ ਨੇ ਸਾਨੂੰ ਇਹ ਰਕਮ ਦਿੱਤੀ। ਬੜੇ ਹੀ ਮਾਣ ਤੇ ਫਖਰ ਵਾਲੀ ਗੱਲ ਇਹ ਹੈ ਵੀ ਨੈਸ਼ਨਲ ਯੂਥ ਕਲੱਬ ਦੇ ਜਿਹੜੇ ਫਾਊਂਡਰ ਪ੍ਰਧਾਨ ਨੇ ਪਹਿਲੇ ਪ੍ਰਾਈਵੇਟ ਸਨ ਮੇਰੇ ਸਤਿਕਾਰਯੋਗ ਸ੍ਰੀ ਸੁਰੇਸ਼ ਅਰੋੜਾ ਜੀ, ਉਦੋਂ ਦੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਨੇ ਇਹਦਾ ਜਿਹੜਾ ਦਿਨ ਔਰ ਰਾਤ ਇੱਕ ਕਰਕੇ ਆਪ ਖੜ ਕੇ ਪਾਈਪਾਂ ਦੇ ਉੱਪਰ ਪਾਣੀ ਪਾਉਣਾ, ਅਮਾਪ ਪਰਵਾਹ ਪਾਣੀ ਪਾਉਣਾ, ਇੱਟਾਂ ਨੂੰ ਤਰ ਕਰਨਾ, ਸੀਮਟ ਬੱਜਰੀ ਰੇਤਾ ਆਪ ਲਾਉਣਾ, ਵੀ ਮਜ਼ਦੂਰਾਂ ਦੀ ਤਰ੍ਹਾਂ ਆਪ ਸਾਰੇ ਕਲੱਬ ਦੇ ਸਰਕਾਰ ਮੈਂਬਰਾਂ ਨੇ ਇਹਦਾ ਕੰਮ ਇਸ ਤਰ੍ਹਾਂ ਕੀਤਾ ਜਿਵੇਂ ਅਸੀਂ ਆਪਣਾ ਇੱਕ ਘਰ ਬਣਾਇਆ। ਇਹ ਸਭ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਕੀ ਉਪਰਾਲੇ ਕੀਤੇ ਆ? ਮੈਨੂੰ ਦੱਸ ਰਹੇ ਸੀ ਕਿ ਐਂਬੂਲੈਂਸ ਵਗੈਰਾ ਹੋਰ ਕਈ ਉਪਰਾਲੇ ਤੁਸੀਂ ਕਰਦੇ ਕਲੱਬ ਦੇ। ਮਾਤਾ ਮਰੀਮ ਐਂਬੂਲੈਂਸ ਜਿਹੜੀ ਸੇਵਾ ਹੈ ਉਹ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤੀ, ਕਿਉਂਕਿ ਜੀਜੀਐਸ ਮੈਡੀਕਲ ਕਾਲਜ ਐਂਡ ਫਰੀਦਕੋਟ ਦੇ ਵਿੱਚ ਚੰਗਾ ਇਲਾਜ ਹੋਣ ਦੇ ਕਾਰਨ ਬਹੁਤ ਲੋਕ ਇੱਥੇ ਪੇਸ਼ੈਂਟ ਆਉਂਦੇ ਜਾਂਦੇ
ਵੈਂਟੀਲੇਟਰ ਦੀ ਸੇਵਾ ਜਿਹੜੀ ਸਭ ਤੋਂ ਪਹਿਲਾਂ ਨੈਸ਼ਨਲ ਯੂਥ ਕਲੱਬ ਨੇ ਕੀਤੀ। ਇਸ ਕਰਕੇ ਕੀਤੀ ਬਾਹਰੋਂ ਅਦਰ ਸਿਟੀ ਤੋਂ ਲੁਧਿਆਣਾ, ਜਲੰਧਰ, ਬਠਿੰਡਾ ਤੋਂ ਜਦੋਂ ਗੱਡੀ ਬੁਲਾਉਂਦਾ ਸੀ 30,000 ਰੁਪਈਆ ਐਡਵਾਂਸ ਅਕਾਊਂਟ ਪਾਉਂਦੇ ਸਨ ਅਤੇ ਫਿਰ ਗੱਡੀ ਆਉਂਦੀ ਸੀ। ਸਾਡੀ ਜਿਹੜੀ ਮਾਤਾ ਮਰੀਅਮ ਐਂਬੂਲੈਂਸ ਗੱਡੀ ਫਰੀਦਕੋਟ ਮੈਡੀਕਲ ਕਾਲਜ ਵਿੱਚ ਪਾਈ ਹੋਇਆ, ਅਸੀਂ ਉਹ ਵੈਂਟੀਲੇਟਰ ਵਾਲੀ ਗੱਡੀ ਕਾਨਪੁਰ ਗੱਡੀ ਤਿਆਰ ਕੀਤੀ ਔਰ ਬਹੁਤ ਹੀ ਜਾਇਜ਼ ਰੇਟ ਦੇ ਉੱਪਰ ਅਸੀਂ ਉਹ ਜਿਹੜੀ ਮਾਨਵਤਾ ਦੀ ਸੇਵਾ, ਦੀਨ ਦੁਖੀਆਂ ਦੀ ਸੇਵਾ, ਜਿਹੜੇ ਕਿ ਇੱਥੇ ਜਦੋਂ ਜਵਾਬ ਮਿਲ ਜਾਂਦਾ ਕਿਸੇ ਪੇਸ਼ੈਂਟ ਨੂੰ ਉਹਦੇ ਪਰਿਵਾਰ ਦਾ ਪਹਿਲੀ ਜਾਣਦਾ ਵੀ ਕਿੰਨੇ ਪੈਸੇ ਲਾਉਣੇ, ਉਹਦੀ ਸਹੂਲਤ ਵਾਸਤੇ ਬਿਲਕੁਲ ਨੋਮੀਨਲ ਰੇਟ ਦੇ ਉੱਪਰ ਨੋ ਪ੍ਰੋਫਿਟ ਨੋ ਲਾਸ ਦੇ ਉੱਪਰ ਅਸੀਂ ਉਹ ਜਿਹੜੀ ਸੇਵਾ ਨਿਭਾ ਰਹੇ ਹਾਂ। ਇੱਕ ਮੱਲਮ ਪੱਟੀ ਪ੍ਰੋਜੈਕਟ ਜਿਹੜਾ ਸਾਡਾ ਉਹ ਕਿਲ੍ਹਾ ਮੁਬਾਰਕ ਚੌਂਕ ਦੇ ਵਿੱਚ ਚੱਲ ਰਿਹਾ ਹੈ, ਉਹ ਡੇਲੀ ਅਸੀਂ ਉੱਥੇ ਮੱਲਮ ਪੱਟੀ ਕਰਦੇ ਹਾਂ। ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਮਲਟੀਪਲ ਟ੍ਰੇਨਿੰਗ ਸੈਂਟਰ ਜਿਹੜਾ ਹੈ ਲੜਕੀਆਂ ਨੂੰ ਵੀ ਸਿਲਾਈ ਸਿਖਾਉਣਾ, ਉਹ ਵੀ ਅਸੀਂ ਉਪਲਬਧ ਕਰ ਰਹੇ ਹਾਂ। ਸ਼ਹਿਰ ਦੇ ਜਿਹੜੇ ਚੌਂਕ ਹੁੰਦੇ ਨੇ ਮੇਨ, ਉਹਨਾਂ ਵਿੱਚੋਂ ਭਾਈ ਘਨੇਲਾ ਚੌਂਕ ਦੀ ਜਿਹੜੀ ਸਾਂਭ ਸੰਭਾਲ ਉਹ ਕਰਦੇ ਹਾਂ। ਇੱਕ ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਅੰਤਿਮ ਯਾਤਰਾ ਜਿਹੜੀ ਵੈਨ ਹੈ ਉਹ ਅਸੀਂ ਤਿਆਰ ਕੀਤੀ ਹੈ। ਇਹ ਸਾਡੇ ਸਾਰੇ ਹੀ ਸਤਿਕਾਰਯੋਗ ਮੈਂਬਰਾਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸਭ ਤੋਂ ਵੱਡਾ ਯੋਗਦਾਨ ਸਾਡੇ ਜਿਹੜੇ NRI ਨੇ, ਸਰੀ ਟਰਾਂਟੋ ਦੇ ਵਿੱਚੋਂ, ਕੈਨੇਡਾ ਵਿੱਚੋਂ, ਅਮਰੀਕਾ ਦੇ ਵਿੱਚੋਂ ਸਾਡੇ ਨਾਲ ਐਸੇ ਸਤਿਕਾਰਯੋਗ ਸੱਜਣ ਜੁੜੇ ਹਨ। ਜੇ ਮੈਂ ਨਾਮ ਲਵਾਂ ਤੇ ਬਹੁਤ ਲੰਬੀ ਉਹਨਾਂ ਦੀ ਲਿਸਟ ਹੈ। ਉਹਨਾਂ ਬਾਹਰ ਬੈਠੇ ਵੀਰਾਂ ਦਾ ਸਾਡੀ ਪੰਜਾਬ ਦੀ ਧਰਤੀ ਨਾਲ, ਫਰੀਦਕੋਟ ਦੀ ਧਰਤੀ ਨਾਲ ਇੰਨਾ ਮੋਹ ਹੈ। ਜਦੋਂ ਵੀ ਅਸੀਂ ਸਾਨੂੰ ਉਹਦੀ ਜ਼ਰੂਰਤ ਪੈਂਦੀ ਹੈ ਤੇ ਬਿਲਡਿੰਗ ਬਣਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਉਹਦੇ ਬੜੇ ਮਸ਼ਹੂਰ ਜਿਹੜਾ ਅਸੀਂ ਦੇਖਿਆ ਕਿ ਡੈਡ ਬੋਡੀ ਪਈ ਹੈ, ਉੱਥੇ ਬਹੁਤ ਵੱਡੀਆਂ ਜਿਹੜਾ ਵੱਡਾ ਪ੍ਰੋਜੈਕਟ ਮਸ਼ੀਨਾਂ ਦਾ ਚੱਲ ਰਿਹਾ ਹੈ। ਅਸੀਂ ਚੱਲ ਰਹੇ ਨੇ ਹੋਰ ਵੀ ਮਸ਼ੀਨਾਂ ਜਿਹੜੀਆਂ ਰਿਲੀਜ਼ ਕਰਨ ਲਈ ਚੱਲ ਰਹੀਆਂ, ਉਹਨਾਂ ਦਾ ਜਿਹੜਾ ਬਿੱਲ ਵੀ ਉਹ ਵੱਡੀ ਮਾਤਰਾ ਵਿੱਚ ਹੋਣਾ ਹੋਵੇਗਾ। ਉਹ ਵੀ ਤੁਸੀਂ ਇਹਨਾਂ ਜਿਹੜਾ ਬਿੱਲ ਉਹ ਕਿਸ ਤਰ੍ਹਾਂ ਮੇਨਟੇਨ ਕਰਦੇ ਹੋ? ਤੁਹਾਨੂੰ ਕੋਈ ਸਰਕਾਰ ਵੱਲੋਂ ਹੈਲਪ ਮਿਲਦੀ ਹੈ ਜਾਂ ਕਿਸ ਤਰ੍ਹਾਂ ਤੁਸੀਂ ਕਰਦੇ ਹੋ? ਦੇਖੋ, ਸਾਡਾ 1.25 ਲੱਖ ਰੁਪਈਆ 75,000 ਰੁਪਈਆ ਦੇ ਕਰੀਬ ਸਾਡਾ ਬਿੱਲ ਸਾਨੂੰ ਇੰਨੀ ਵੱਡੀ ਮੁਸ਼ਕਿਲ ਪੇਸ਼ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਬਿੱਲ ਪੂਰਾ ਕਰਨਾ। ਕਈ ਵਾਰੀ ਸਾਨੂੰ ਉਹ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਸਾਡੇ ਕੋਲੇ ਲਾਵਾਰਸ ਜਿਹੜੀ ਗੜਬੜੀ ਰੱਖ ਜਾਂਦੇ, ਉਹ ਬਿਲਕੁਲ ਨਹੀਂ ਦੇਖਦੇ ਵੀ ਕਿਸ ਤਰ੍ਹਾਂ ਦੀ ਗੜਬੜੀ ਹੈ। ਕਈ ਵਾਰੀ ਉਹ ਗੜਬੜੀ ਬਲੀਡ ਹੋ ਜਾਂਦੀ, ਬਲੀਡਿੰਗ ਹੋਣ ਦੇ ਨਾਲ ਸਾਡੀ ਜਿਹੜੀ ਇਹ ਫਰੀਜ਼ਰ ਹੈ ਇਹਦੇ ਵਿੱਚ ਜਦੋਂ ਅਸੀਂ ਗੜਬੜੀ ਰੱਖ ਦਿੰਦੇ ਹਾਂ ਤੇ ਸਾਰਾ ਸਾਡਾ ਫਰੀਜ਼ਰ ਬਲੀਡ ਹੋ ਜਾਂਦਾ, ਸਾਰਾ ਫਰੀਜ਼ਰ ਸਾਰਾ ਗੰਦਾ ਹੋ ਜਾਂਦਾ। ਉਹਦੇ ਨਾਲ ਜਿਹੜੀਆਂ ਹੋਰ ਗੜਬੜੀ ਪਈਆਂ ਹੁੰਦੀਆਂ ਹਨ ਉਹਦੇ ਵਿੱਚ ਵੀ ਸਮੈਲ ਆਉਣ ਲੱਗ ਪੈਂਦੀ। ਸਾਨੂੰ ਇਸ ਤਰ੍ਹਾਂ ਦੀਆਂ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਜਿਹੜਾ ਸਾਡੀ ਹਿਊਮਨ ਬੋਡੀ ਹੈ ਇਹਦੇ ਵਿੱਚ ਜਿਹੜਾ ਬਲੱਡ ਨਿਕਲਦਾ ਹੈ, ਜਦੋਂ ਇਹਦੀ ਏਅਰ ਬਾਹਰ ਜਾਂਦੀ ਹੈ ਤੇ ਉਸ ਨੂੰ ਸੁੰਘ ਕੇ ਕਈ ਵਾਰੀ ਸੱਪ ਵੀ ਇੱਥੇ ਆ ਜਾਂਦੇ ਨੇ। ਸੋ ਸਾਡਾ ਜਿਹੜਾ ਇੰਪਲਾਈ ਇੱਥੇ ਜਿੰਨੇ ਵੀ ਅਸੀਂ ਰੱਖੇ ਨੇ ਉਹਨਾਂ ਵਾਸਤੇ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਉਹ ਪਰਿਵਾਰ ਸਾਹਿਬ ਇੱਥੇ ਰਹਿ ਰਹੇ ਨੇ, ਬਾਹਰੋਂ ਸੱਪ ਆ ਜਾਂਦੇ ਨੇ, ਬੜੀ ਕੋਸ਼ਿਸ਼ ਕਰਦੇ ਉਹਨਾਂ ਦਾ ਕੰਟਰੋਲ ਕਰਨ ਲਈ। ਸੋ ਸਾਨੂੰ ਜ਼ਰੂਰਤ ਹੈ, ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ, ਜਿੱਥੇ ਸਰਕਾਰ ਇਹਦੇ ਵੱਡੇ ਪ੍ਰੋਜੈਕਟ ਚਲਾ ਰਹੀ ਹੈ, ਸਰਕਾਰ ਨੂੰ ਇਸ ਫਰੀਦਕੋਟ ਵਿੱਚ ਨੈਸ਼ਨਲ ਯੂਥ ਕਲੱਬ ਦਾ ਐਡਾ ਵੱਡਾ ਪ੍ਰੋਜੈਕਟ ਇੱਕ ਪ੍ਰਾਈਵੇਟ ਸੰਸਥਾਵਾਂ ਵੱਲੋਂ NGO ਵੱਲੋਂ ਦਿੱਤਾ ਗਿਆ ਹੈ। ਸਰਕਾਰ ਨੂੰ ਕੁਝ ਨਾ ਕੁਝ ਇਸ NGO ਦੀ, ਇਸ ਨੈਸ਼ਨਲ ਯੂਥ ਕਲੱਬ ਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਸਾਡੇ ਆਪਦੇ ਲਈ ਨਹੀਂ, ਇਹ ਪੂਰੇ ਸਮਾਜ ਲਈ ਹੈ, ਫਰੀਦਕੋਟ ਇਲਾਕੇ ਲਈ ਹੈ। ਦੂਰੋਂ ਸਾਡੇ ਕੋਲ ਸਾਡੀ ਗੰਗਾ ਨਗਰ ਤੋਂ, ਮਲੋੜ ਤੋਂ, ਰਾਹਵਾੜੀ ਤੋਂ ਬੜੇ ਬੜੇ ਜਿੱਥੋਂ ਪਤਾ ਲੱਗਦਾ ਸਾਨੂੰ ਗੜਬੜੀ ਰੱਖਣ ਵਾਸਤੇ ਆਉਂਦੇ ਨੇ। ਸਭ ਤੋਂ ਜ਼ਿਆਦਾ ਜਿਹੜੀ ਸਹੂਲਤ ਹੈ, ਜਿਹੜੇ ਸਾਡੇ NRI ਵੀ ਬਾਹਰ ਬੈਠੇ ਨੇ, ਸਾਡੇ ਸੰਬੰਧੀ ਜਿਹੜੇ ਹਨ ਉਹ ਆਪਦੇ ਇਸ ਮਹੱਤਵ ਦੇ ਅੰਤਮ ਜਿਹੜੇ ਦਰਸ਼ਨ ਕਰਨ। ਸੋ ਇਹ ਸਾਨੂੰ ਸਾਡੇ ਇਲਾਕੇ ਦੇ ਪ੍ਰਧਾਨ ਜੀ ਇਹਨਾਂ ਨੇ ਸਾਰੀ ਜਾਣਕਾਰੀ ਸਾਨੂੰ ਦੇ ਬਾਰੇ ਦਿੱਤੀ ਹੈ। ਹੁਣ ਤੁਹਾਨੂੰ ਅਸੀਂ ਉਸ ਸ਼ਖਸ ਨਾਲ ਮਿਲਾਉਂਦੇ ਹਾਂ, ਜਿਵੇਂ ਕਿ ਗੁਰਵਿੰਦਰ ਜੀ ਨੇ ਦੱਸਿਆ ਕਿ ਇੱਥੇ ਰਾਤ ਨੂੰ ਜਿਹੜੇ ਉਹ ਸਮੈਲ ਆਉਣ ਕਾਰਨ ਸੱਪ ਵੀ ਆ ਜਾਂਦੇ ਆ। ਸੱਪ ਦਾ ਕੀ ਹੋਰ ਵੀ ਇੱਕ ਬਹੁਤ ਵੱਡੀ ਤੁਹਾਨੂੰ ਜੋ ਅਸੀਂ ਲਾਈਵ ਤਸਵੀਰਾਂ ਦਿਖਾਵਾਂਗੇ ਕਿ ਜਿੱਥੇ ਡੈਡ ਬੋਡੀਜ਼ ਪਈ ਹੈ ਉਹਦੇ ਬਿਲਕੁਲ ਜਿਹੜੀ ਕੰਧ ਸਾਂਝੀ, ਕੰਧ ਦੀ ਹੈਣੀ ਵਿੱਚ ਜੰਗਲ ਆ। ਤੁਹਾਨੂੰ ਲਾਈਵ ਤਸਵੀਰਾਂ ਨਾਲ ਦਿਖਾਉਣੇ ਆ ਕਿ ਉਹ ਜਿਹੜਾ ਪਰਿਵਾਰ ਉੱਥੇ ਰਹਿ ਰਿਹਾ, ਆਪਦੇ ਪਰਿਵਾਰ ਦੇ ਸਮੇਤ ਜਿਹੜੇ ਉਹ ਜਥੇਦਾਰ ਜੀ ਨੇ ਉੱਥੇ ਰਹਿ ਰਹੇ ਨੇ। ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸੱਜੇ ਪਾਸੇ ਜਿਹੜੀ ਕੰਧ ਦੇ ਬਿਲਕੁਲ ਨਾਲ ਜੋ ਕਿ ਸ਼ਮਸ਼ਾਨ ਘਾਟ ਹੈ ਜਿੱਥੇ ਕਿ ਡੈਡ ਬੋਡੀਜ਼ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ, ਉਸ ਤੋਂ ਬਹੁਤ ਵੱਡੀ ਗੱਲ ਇੱਕ ਹੋਰ ਹੈ ਕਿ ਉਸ ਦੇ ਨਾਲ ਹੀ ਜਿਹੜੀ ਬਿਲਕੁਲ ਜੋ ਕਿ ਉੱਥੇ ਕਬਰਾਂ ਜਿਹਨੂੰ ਆਪਾਂ ਕਹਿ ਦਿੰਦੇ ਆ, ਉੱਥੇ ਮੁਰਦੇ ਨੂੰ ਦਫਨਾਇਆ ਵੀ ਜਾਂਦਾ ਔਰ ਆਸੇ ਪਾਸੇ ਜਿਹੜਾ ਬਿਲਕੁਲ ਕੋਈ
कोई घर नहीं है, एकांतवास जगह जी बिल्कुल जानी कि कोई नेड़े घर नहीं है। सो असं तुहानूं वो शख्स नाल मिलाउने हैं जो कि तमो मनो इस दी जिहड़ी संस्था की रात को सेवा करते हैं। कोई भी किसी ने कोई रात लोड़ पैदी है तो भावें रात को 12 बजे हो भावें 1 बजे हो तो वो रात को के उन्होंने डील करते हैं। सो साडे नाल ने हाँ जी की नाम अपना जी हाँ जी संदेश दीजिए तुसीं रात को 12 बजे आवे कोई 1 बजे बैठ हो नहीं आवे तुसीं उन्होंने वधिया डील करते हो। ये तुसीं सारा मेंटेन किस तरह करते हो सारा मेनटेन का गल है भी उत्थे होना पहला काम की हाँ जी ਹੁਣ ਇਹ ਮੰਨ ਲਗਾ ਕਿ ਇਸ ਸੰਸਥਾ ਨਾਲ ਇਹਨਾਂ ਬੈਠਕਾਂ ਨਾਲ ਸੇਵਾ ਕਰਨਾ ਤੇ ਮੰਨ ਲਗਾ ਹੋਇਆ ਕਿ ਪ੍ਰਧਾਨ ਮੰਤਰੀ ਦਾ ਪਹਿਲਾ ਪ੍ਰਧਾਨ ਦਾ ਇੱਕ ਰਾਹ ਰੱਖਣਾ ਆਪਣੀ ਮਿਲ ਕੇ ਕਰਨਾ ਫਿਰ ਆਪ ਮੇਰਾ ਸਵਾਲ ਉਹ ਇਹਦਾ ਮਤਲਬ ਆਇਆ ਕਿ ਰਾਤ ਉਹ ਕੱਲ 10 ਕੇ ਨਹੀਂ ਉਸ ਵਾਲਾ ਨਹੀਂ ਮਾਰ ਰਿਹਾ ਵੀ ਇਹ ਵੀ ਮੌਸਮ ਹੋਈ ਉਹ ਤਾਂ ਲਿਖਿਆ ਹੋਇਆ 10 ਵਜੇ ਮੌਸਮ ਤੇ ਉਹ ਕੰਦੀ ਦੇ ਬਣ ਗਈ तो कभी मान के वो अंदर रख के तो वो ब्रीदिंग नहीं कर सकते। वैसे असं एक घंटा पहला क्लास में गए उन्होंने वो नहीं आके रखी लाई इलेक्ट्रॉनिक को देख राती उन्होंने रखने के नाल कोई फोन नहीं छिया जो जल्दी अक्सर ठंड में होने वास्ते 5-6 घंटे लग जाते हैं तो पंजाब में ठंडा होना जो 5-6 घंटे लगते हैं 5-6 घंटे में फोटो सारा सीगा तो अंदर अरे रहना शुक्र भी रेलवे तो बाहर नहीं गया ये बाहर रहने का रात ही सब आया नहीं तब तो भी दुनिया को साफ की और रात भी मैं 2 नया पाए आप मनो से अपनी फोटो खिलाई में फिर भी वो चीज नहीं हाँ सी हम जो बैठो देखिया बोल के साढ़े को भी खड़े सी कर रहे ते मैं तक के गल मैं गल कर रहा सी सोच रहा सी कि तुसीं तानू जेड़ा इन्ना मतलब दिन रात ਨੂੰ ਕਰਦੇ ਹੋ ਅਸੀਂ 2 ਮਿੰਟ ਅੰਦਰ ਗਏ ਆ ਸਾਨੂੰ मतलब कि बहुत बुरी हालत नहीं इस कारण महसूस करना चाहिए भी ताना भी कोई गल नहीं ये तो सेवा है और सेवा ਨਾਲ ਨਜਾਇਜ਼ ਬੜਾ ਖਾਇਆ ਤਾਂ ਕੋਈ ਹੈ क्योंकि एक मौसम आज के ਰਿਹਾ ਇਹ ਨਜਾਇਜ਼ ਹੀ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਵੀ ਕਰੋ ਭਾਈ ਹਾਂ ਹੁਣ ਸਵੇਰ ਨੂੰ ਟੈਲੀਫੋਨ ਕੀਤਾ ਬਿਆਨ ਸਿੰਘ ਨੂੰ 에ਅਰ ਸਾਈਡ ਨੂੰ ਮੇਰਾ ਚੰਡੀਗੜ੍ਹ ਦੂਜਾ ਬੰਦਾ ਆ ਕੇ ਦੇ ਕਰਦੇ ਜਾਂਦਾ ਕੋਈ ਨਹੀਂ ਦਿੱਤਾ ਪ੍ਰਧਾਨ ਜੀ ਦੇ ਹੁਣ ਵੀ ਕਰਨ ਐਸੇ ਤੋਂ ਨਾਲ ਕੀਤੀ ਐਸੇ ਤੋਂ ਨਾਲ ਇੱਕ 72 ਘੰਟੇ ਰੱਖਾਂਗੇ ਇਹ ਕਿਤੇ ਜਾਇਗਾ ਪਤਾ ਨਹੀਂ ਉਹ ਦੂਜੀ ਜਗ੍ਹਾ ਕੋਈ ਆਈ ਹੈ ਕੋਈ ਨਹੀਂ ਹੁਣ ਉਹ ਟੈਲੀਫੋਨ ਦੀ ਗੱਲ ਅਸੀਂ ਲੈ ਜਾਵਾਂਗੇ ਬਨਾਮੀ ਕੀ ਹੈ ਸਾਡੇ ਪ੍ਰੋਜੈਕਟ ਦੀ ਬਨਾਮੀ ਆ ਸਾਡੇ ਨੈਸ਼ਨਲ ਫੋਟੋਗ੍ਰਾਫੀ ਬਨਾਮੀ ਕੀ ਹੈ ਇੱਕ ਜਦੋਂ ਅਸੀਂ ਦੇਖਿਆ ਸਾਰਾ ਸੀਨ ਦਿਨੇ ਹੀ ਸਾਨੂੰ ਲੱਗ ਰਿਹਾ ਹੈ ਕਿ ਮਤਲਬ ਕਿੰਨਾ ਖੌਫਨਾਕ ਜਿਹਾ ਏਰੀਆ ਲੱਗ ਰਿਹਾ ਸਾਨੂੰ ਅਸੀਂ ਅੱਜ ਸ਼ਮਸ਼ਾਨ ਘਾਟ ਦੇਖਿਆ ਪਿੱਛੇ ਕਬਰਾਂ ਦੇਖੀਆਂ ਉੱਥੇ ਤੇ ਡੈਡ ਬੋਡੀ ਪਈ ਹੈ ਉਹ ਦੇਖਿਆ ਸਾਰਾ ਇਲਾਕਾ ਪਾਸ ਹੈ ਤੇ ਤੁਹਾਨੂੰ ਜਦੋਂ ਤੁਸੀਂ ਰਾਤ ਨੂੰ ਤੁਸੀਂ ਇਕੱਲੇ ਇੱਥੇ ਬੈਠੇ ਤੁਹਾਨੂੰ ਮਹਿਸੂਸ ਨਹੀਂ ਕਰ ਰਹੇ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਕੀ ਕਦੋਂ ਆਏ ਹਾਂ ਅਸੀਂ ਕੰਮ ਕਰਦੇ ਅਸੀਂ ਇੱਥੇ 9 ਵਾਰ ਆਇਆ ਕਮੀ ਜਿਹੜੀ ਸੋਮਵਾਰ ਨੂੰ ਅਸੀਂ ਸਿਰਫ ਰਾਤ ਦੇ ਨਾਲ ਜੁੜੇ ਹਾਂ ਸਾਨੂੰ ਕਿਸੇ ਪ੍ਰੋਗਰਾਮ ਨਹੀਂ ਹੁੰਦਾ ਸਾਨੂੰ ਤਾਂ ਉਹਨਾਂ ਦੀ ਗੱਲ ਕਰਦਾ ਸਾਨੂੰ ਸੁਪਨਾ ਨਹੀਂ ਹੁੰਦਾ ਜੇ ਕੋਈ ਆਤਮਾ ਹੀ ਚੰਗੀ ਨਹੀਂ ਗਿਆ ਆਪਾਂ ਨੂੰ ਪਤਾ ਹੀ ਨਹੀਂ ਇੰਨੇ ਮਾਰੇ ਅਸੀਂ ਸੁਪਨਾ ਸਭ ਦਾ ਸਾਡਾ ਖੇਡ ਦਾ ਸਾਨੂੰ ਕੇਸ ਕਰਦਾ ਹੁੰਦਾ ਸਾਡੇ ਨਾਲ ਇੱਕ ਜਿਹੜਾ ਚੇਤਨ ਸਭ ਤੋਂ ਥੋੜਾ ਉਹ ਸਭ ਨੂੰ ਮਾਰਿਆ ਗਿਆ ਉਹ ਮਾਰਨਾ ਉਹ ਭਾਸ਼ਾ ਨਾਲ ਸੋਧੀ ਕਰਦੇ ਹੁਣ ਸਾਡੇ ਕੋਲ ਮੇਰੇ ਜਿਹੜਾ ਹੁੰਦਾ ਹੈ ਜੋ सब का एक का माता है बच्चा है तो जाए ना बिना पूजा में मेरा सही सारे के सौ के नहीं देखा आज को सुनते ही ना कि सामने यही सुनते हैं कि पूजा करना है देखिए वो कोई समस्या है वो बराबर उस दो मोहरा ये बराबर उस दो पर कल ये चीज यार कि आप इस तरह से हाथ से जो ਸਾਡੇ ਨਾਲ ਨੇ ਕਲੱਬ ਦੇ ਫਾਊਂਡਰ ਜਿਹੜੇ ਪ੍ਰੈਜ਼ੀਡੈਂਟ ਜਿਨ੍ਹਾਂ ਦੀ ਦੇਖ ਹੇਠ ਸਾਰਾ ਕੁਝ ਹੋਇਆ ਜੋ ਕਿ ਜਦੋਂ ਬਿਲਡਿੰਗ ਤਿਆਰ ਹੋਈ ਹੈ ਉਹਨਾਂ ਨੇ ਆਪਦੇ ਘਰ ਦੀ ਤਰ੍ਹਾਂ ਨੂੰ ਜਿਹੜੇ ਇੱਕ ਇੱਕ ਇੱਟ ਦੇ ਕਹਿੰਦਾ ਭਾਗ ਨਿਗਰਾਨੀ ਰੱਖ ਕੇ ਇਹ ਬਿਲਡਿੰਗ ਨੂੰ ਜਿਹੜਾ ਤਿਆਰ ਕਰਵਾਇਆ ਉਹ ਸਾਡੇ ਨਾਲ ਨੇ ਸੁਰੇਸ਼ ਅਰੋੜਾ ਜੀ ਆਪ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਰੋੜਾ ਸਾਹਿਬ ਜਿਹੜਾ ਜਿੰਨਾ ਵੀ ਤੁਹਾਡੇ ਤੁਸੀਂ ਪ੍ਰੋਜੈਕਟ ਲਿਖਿਆ ਕਿ ਕਿਸ ਤਰ੍ਹਾਂ ਤੁਹਾਡੇ ਮਾਈਂਡ ਵਿੱਚ ਆਇਆ ਕਿਸ ਤਰ੍ਹਾਂ ਤੁਸੀਂ ਇਹਨੂੰ ਮੇਨਟੇਨ ਕੀਤਾ? ਅਸਲ ਦੇ ਵਿੱਚ ਸਾਡਾ ਜਿਹੜਾ ਕਲੱਬ ਹੈ ਉਹ ਪਿਛਲੇ 28 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹੈ। ਬਹੁਤ ਲੰਬੇ ਸਮੇਂ ਤੋਂ ਅਸੀਂ ਸਾਡੀ ਜਿਹੜੀ ਟੀਮ ਹੈ ਉਹ ਇਹ ਕਰ ਰਹੀ ਹੈ। ਲੈਕਿਨ ਮੇਰਾ ਸਟੂਡੈਂਟ ਹੈ ਉਹਦੀ ਡੈਥ ਹੋ ਗਈ ਤਾਂ ਜਦੋਂ ਮੈਡੀਕਲ ਵਿੱਚ ਉਹ ਦੇਖਣ ਗਿਆ
ਕੁੱਤੇ ਦੇ ਮੇਜ਼ ਦੇ ਉੱਪਰ ਉਸ ਡੈਡ ਬੋਡੀ ਨਹੀਂ ਸੀਗੀ, ਉਹਦੇ ਬਾਂਹ 'ਚ ਗਲਾ ਪਾਇਆ, ਗਲ 'ਚ ਚੇੜੀ ਪਾਈ ਸੀ, ਕਹਿੰਦੇ ਸੋਨੇ ਦੇ ਕਿਹੜੇ ਪਾਏ ਸੋਨੇ ਦੇ, ਪਰ ਬੜਾ ਤਗੜੇ ਹੋ ਸੀਗਾ ਕਿ ਕੁੱਤੇ ਦੇ ਮੇਜ਼ ਨੂੰ ਪਾਇਆ। ਮੇਰੇ ਮਨ ਤੋਂ ਚੁੱਪ ਨਹੀਂ ਆਇਆ ਯਾਰ ਇਹ ਗੱਲ ਬੜੀ ਗਲਤ ਹੈ। ਇਹ ਸਰਕਾਰ ਜਿਹੜੀ ਹੈ ਡੈਡ ਬੋਡੀ ਨੂੰ ਹਰ ਬਹੁਤ ਭਾਈ ਤਰ੍ਹਾਂ ਕਹਿਣਾ ਲੋਕਾਂ ਨੂੰ, ਤਾਂ ਜੋ ਮੇਰੇ ਮਨ ਵਿੱਚ ਆਇਆ ਕਿ ਡਾਕਟਰ ਨੇ ਗੱਲ ਕੀਤੀ ਤਾਂ ਸਭ ਤੋਂ ਪਹਿਲਾਂ ਗੱਲ ਕੀਤੀ ਇਸ ਨਗਰ ਦੇ ਵਾਸੀਆਂ ਨਾਲ। ਇੱਥੋਂ ਦੀ ਨਗਰ ਦਾ ਨਾਂ ਹੈ ਚੁਗਾ ਸਿੰਘ ਨਗਰ। ਤੇ ਜਦੋਂ ਇਹ ਗੱਲ ਕੀਤੀ ਗਿਆ ਸਾਡੇ ਮਨ ਵਿੱਚ ਹੈ ਇਹ ਕਹਿੰਦੇ ਹੁਣ ਕਿੰਨੀ ਜਗ੍ਹਾ ਚਾਹੀਦੀ ਹੈ, ਤਾਂ ਇਹਨੇ 1205 ਜਗ੍ਹਾ ਸਾਨੂੰ ਮਤਾ ਪਾ ਕੇ ਕਰ ਦਿੱਤੀ, ਉਹਦੇ ਤੇ ਛੱਪ ਸੀਗਾ। ਤਾਂ ਜਦੋਂ ਅਸੀਂ ਲੋਕਾਂ ਦੇ ਸੰਪਰਕ 'ਚ ਆਏ ਤਾਂ ਲੋਕਾਂ ਨੇ ਸਾਨੂੰ ਬੜੀ ਦਿਲ ਖੋਲ੍ਹ ਕੇ ਮਦਦ ਕੀਤੀ। ਤਾਂ ਕਾਂਟੋ ਤੋਂ NRI ਹੈ, ਸਹੀ ਤੋਂ NRI ਹੈ, ਦੋ ਸੰਸਥਾਵਾਂ ਬਾਬਾ ਦੀ ਸੇਵਾ ਸੋਸਾਇਟੀ ਜਿਨ੍ਹਾਂ ਨੇ ਇੱਥੇ ਵੱਡੀ ਪਾਇਆ ਦੇ ਕੇ ਸਾਨੂੰ ਇਹ ਕੰਮ ਸ਼ੁਰੂ ਕਰਾਇਆ ਸੀਗਾ। ਤਾਂ ਜਦੋਂ ਇਹਨੂੰ ਸ਼ੁਰੂ ਕੀਤਾ 2004 ਦੇ ਵਿੱਚ ਉਹਦੇ ਨਾਲੇ ਥੋੜ੍ਹੇ ਪੈਸੇ ਦਾ ਪ੍ਰੋਜੈਕਟ ਹੈ, ਪਰ ਜਦੋਂ ਅਸੀਂ ਮੁਕੰਮਲ ਕੀਤਾ 2007 ਦੇ ਵਿੱਚ ਤਾਂ ਉਹਦੇ ਅੰਦਰ 25 ਲੱਖ ਰੁਪਏ ਖਰਚ ਆਇਆ ਸੀ। ਤਾਂ ਇਸ ਨਗਰ ਦੀ ਜਿਹੜੀ ਪੰਚਾਇਤ ਹੈ ਉਹਨਾਂ ਦਾ ਜੋ ਪੁਰਾਣੀਆਂ ਜਿਹਨੂੰ ਮਾਨਸਾ ਕਹਿੰਦੇ ਆ ਉਹ ਦੇਣਾ ਸਾਡੇ ਲਈ ਜਾਗ ਦੀ ਗੱਲ ਸੀ। ਉਹਨੇ ਜਾਗ ਲਈ ਤੋਂ ਤੋਂ ਬਾਅਦ ਅਸੀਂ ਸਮਾਜ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਹੈ ਉਹਨਾਂ ਦਾ ਸੰਪਰਕ ਕੀਤਾ, ਜਦ ਉਹਨਾਂ ਸਾਡੀ ਮਦਦ ਕੀਤੀ। ਸਾਡੀ ਪੂਰੀ ਟੀਮ ਨੇ ਦਿਨ ਰਾਤ ਲਾ ਕੇ ਜਿੱਥੇ ਤੇ ਨਗਰ ਨਹੀਂ ਸੀ ਉਹਨਾਂ ਦਾ ਸੰਪਰਕ ਕੀਤਾ। ਤਾਂ ਸਾਨੂੰ ਇਸ ਪ੍ਰੋਜੈਕਟ ਵਿੱਚ ਕਿਸੇ ਵੀ ਵਿਅਕਤੀ ਨੇ ਕੋਈ ਘਾਟ ਨਹੀਂ ਹੋਣੀ। ਤਾਂ ਇੱਥੇ ਕਿ ਸਾਡੇ ਉਹ ਪਾਕਿਸਤਾਨ ਦਾ ਕੈਦੀ ਸੀਗਾ, ਉਸ ਕੈਦੀ ਨੂੰ 47 ਦਾ ਰੱਖਿਆ। ਇਸ ਸੰਸਥਾ ਦੇ ਇਸ ਪ੍ਰੋਜੈਕਟ ਦਾ ਰਿਕਾਰਡ ਹੈ ਕਿ ਇੱਕ ਜਿਹੜੀ ਡੈਡ ਬੋਡੀ ਹੈ ਉਹ ਲੰਬਾ ਤੋਂ ਲੰਬਾ ਸਮਾਂ ਅਸੀਂ 47 ਦੇ ਰੱਖਿਆ। ਪਰ ਜਦੋਂ ਉਹਨਾਂ ਦੇ ਵਾਰਸਾਂ ਦੇ ਪਾਕਿਸਤਾਨ ਦੇ ਨੇ ਉਹਨੂੰ ਪੂਰਾ ਨਹੀਂ ਕੀਤਾ ਤਾਂ ਬਗੈਰ ਉਹ ਸਰਕਾਰੀ ਸਨਮਾਨਾਂ ਨਾਲ ਉਹ ਵੀ ਸਨਮਾਨ ਦੇ ਨਾਲ ਇੱਥੇ ਪੂਰਾ ਕਰਵਾਇਆ ਗਿਆ। ਤਾਂ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਇਸ ਪ੍ਰੋਜੈਕਟ ਨੂੰ ਪ੍ਰੋਗਰਾਮ ਜਿਹੜੀ ਹੈ ਕਾਮਯਾਬ ਹੋਈ। ਸੋ ਸਾਡੇ ਨਾਲ ਨੇ ਪ੍ਰੋਜੈਕਟ ਚੇਅਰਮੈਨ ਡਾਕਟਰ ਬਲਜੀਤ ਸ਼ਰਮਾ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰਮਾ ਜੀ, ਤੁਹਾਨੂੰ ਇਸ ਬਿਲਡਿੰਗ ਲਈ ਇਸ ਜਿਹੜੇ ਤੁਸੀਂ ਆ ਸਾਰਾ ਮੇਨਟੇਨ ਕੀਤਾ ਇਹਦੇ ਨਾਲ ਤੁਹਾਨੂੰ ਕੀ ਮੁਸ਼ਕਲਾਂ ਆਉਂਦੀਆਂ ਇਹਦੇ ਵਿੱਚ ਤੁਹਾਨੂੰ? ਸਮਾਜ ਸੇਵਾ ਤੋਂ ਅਸੀਂ ਇਸ ਵਾਰ ਅਸੀਂ ਬਣਾਇਆ ਸੀ ਤਾਂ ਕਿ ਉਹ ਦਾ ਬੋਲੇ ਕੰਮ ਅੱਜ ਦੇ ਲੋਕ ਨੂੰ तो मेरे पास है मेरे ਜਿਹੜੀ ਮੁਸ਼ਕਲਾਂ ਆ ਸਾਰੀ ਸੰਸਥਾ ਦੀ ਜਿਹੜੀ ਹੈ ਬਿਲਕੁਲ ਬਾਹਰ ਗ੍ਰਾਂਟ ਦਾ ਮਿਲਦੀ ਅਸੀਂ ਪਰਸਨਲ ਲਕਸ਼ਣ ਕਰਕੇ ਜਾਂ ਲੋਕਾਂ ਨੂੰ ਇਹਨਾਂ ਦੇ ਨਾਲ ਤੋਂ ਦਾਨ ਲੈ ਕੇ ਪਤਾ ਅਪਰੋਕਸੀਮੇਟਲੀ 25,000 ਰੁਪਇਆ ਮਹੀਨੇ ਦਾ ਖਰਚਾ ਇਸ ਪ੍ਰੋਜੈਕਟ ਨੂੰ ਚਲਾਉਣ ਦਾ ਇਹ ਸਾਡੇ ਬਲਾਕ ਜਿਹੜਾ ਹੈ ਸਾਡੇ ਸਮੇਤ ਸੇ ਜਿਹੜਾ ਦਾ ਮੁਸ਼ਕਲ ਹੁੰਦਾ ਹੈ ਬਹੁਤ ਜ਼ਰੂਰੀ ਹੈ। ਸਾਡਾ ਬਿੱਲ ਬੜਾ ਵੱਡੀ ਮਾਤਰਾ ਹੈ। ਇਸ ਤੋਂ ਬਾਅਦ ਦੇਖੋ ਹੁਣ ਸਾਡੀ ਬਿਜਲੀ ਦੇ ਸ਼ੀਸ਼ੇ ਜਿਹੜੇ ਹੈ 100 ਪੈਕੇਟ ਚੱਲ ਰਹੇ ਤਾਂ ਮੇਨਟੇਨੈਂਸ ਵਾਸਤੇ ਕਿਹੜੇ ਦੇ ਤਾਂ ਮੈਂ ਬੇਨਤੀ ਕਰੂੰਗਾ ਕਿ ਸੇਵਾ ਕਰਨ ਤਾਂ ਲੱਗੇ ਹੋਏ ਨੇ, ਪਰ ਇਹ ਸਰਕਾਰ ਸਾਡੀ ਬਾਹ ਬੜੀ ਜਿਹੀ ਸਾਡਾ ਬਿੱਲ ਹੀ ਮਾਫ ਹੋਈ ਇੱਕ ਹੋਰ ਜਗ੍ਹਾ ਤੇ ਬਿੱਲ ਬਹੁਤ ਮਾਫ ਹੋਈ ਇਹਨਾਂ ਪ੍ਰੋਜੈਕਟ ਦਾ ਬਿੱਲ ਮਾਫ ਹੋਣ ਤੋਂ ਕੰਮ ਕਿੰਨੀ ਜ਼ਰੂਰੀ ਹੈ ਕਿ ਮੇਰਾ ਬਿੱਲ ਮਾਫ ਅਸੀਂ ਦੋ ਆਪਸ਼ਨ ਦੋਨੇ ਪੈਸੇ ਇਹ ਕੀ ਹੁੰਦਾ ਕਿ ਲਾਈਟ ਚਲੀ ਜਾਂਦੀ ਇਹ ਸਾਡਾ 2000 ਰੁਪਏ ਦਾ ਐਵਰੇਜ ਡੇਲੀ ਬਚ ਜਾਂਦਾ ਪ੍ਰੋਜੈਕਟ ਦਾ। ਸਭ ਤੋਂ ਵੱਡੀ ਸਮੱਸਿਆ ਸਾਨੂੰ ਸਰਕਾਰ ਵੱਲੋਂ ਜਦੋਂ ਮਾਫ ਹੋ ਜਾਏ ਤਾਂ ਸਾਨੂੰ ਗ੍ਰਾਂਟ ਬੜੀ ਮਿਲ ਜਾਏਗੀ ਤਾਂ ਅਸੀਂ ਇਹ ਕੁਝ ਸਰਕਾਰ ਤੋਂ ਮੰਗ ਕਰਦੇ ਹਾਂ, ਬਾਕੀ ਸਮਾਜ ਤੋਂ ਵੀ ਮੰਗ ਕਰਦੇ ਜਿਸ ਤਰ੍ਹਾਂ ਹੁਣ ਇਸ ਤਰ੍ਹਾਂ ਦੀ ਡੈਡ ਬੋਡੀ ਜਿਹੜੀ ਤੇ ਬੇਨਤੀ ਕਰਾਂ ਸਮਾਜ ਵੀ ਸੋਚੇ ਪ੍ਰਸ਼ਾਸਨ ਦੇ ਵਾਸਤੇ ਡੈਡ ਬੋਡੀ ਜਿਹੜੇ ਹੈ ਤਾਂ ਕਿ ਹੋਰ ਬੜੇ ਤੋਂ ਉਹਨਾਂ ਨੂੰ ਪਰਸਨਲੀ ਰਿਕਵੈਸਟ ਕਰਦੇ ਕਿ ਆਪਣੇ ਛੋਟੇ ਜਿਹੇ ਪਏ ਉਹਨਾਂ ਲੱਖੋਂ ਜਾਂ ਲੋਕਾਂ ਦਾ ਕਰਦਾ ਸਮਾਜ ਨੂੰ ਕੀ ਕਰ ਰਿਹਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਮਦਦ ਕਰਦਾ ਸਾਨੂੰ ਇਸ ਪ੍ਰੋਜੈਕਟ ਵਾਸਤੇ ਕਿੰਨੀ ਮਦਦ ਕਰਦਾ ਸੋ ਇੱਕ ਲਾਭ ਦੇ ਔਫਰ ਨੇ ਜੋ ਇਸ ਪ੍ਰੋਜੈਕਟ ਦੀਆਂ ਮੁਸ਼ਕਲਾਂ ਉਹਨਾਂ ਬਾਰੇ ਦੱਸਿਆ। ਸੋ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਇੰਡਸਟਰੀਜ਼ ਨੇ, ਬਹੁਤ ਸਾਰੇ ਕਾਰਖਾਨੇ, ਬਹੁਤ ਸਾਰੇ ਸ਼ਹਿਰ, ਬਹੁਤ ਸਾਰੇ ਹੋਰ ਵੀ ਜੋ ਵੀ ਕਿਸੇ ਨੇ ਆਪਣਾ ਬਿਜ਼ਨਸ ਚਲਾਇਆ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਪੰਜਾਬ ਸਰਕਾਰ ਤੋਂ ਲਾਹਾ ਲੈ ਜਾਂਦੇ ਨੇ। ਬਹੁਤ ਵਾਰੀ ਦੇਖਿਆ ਉਹ ਜਿਹੜੇ ਉਹਨਾਂ ਦੇ ਬਿੱਲ ਆ ਉਹ ਮਾਫ ਕਰ ਦਿੱਤੇ ਜਾਂਦੇ ਨੇ, ਸਬਸਿਡੀਆਂ ਲਈਆਂ ਜਾਂਦੀਆਂ। ਹਾਲਾਂਕਿ ਉਹ ਜਿਹੜਾ ਪ੍ਰੋਜੈਕਟ ਆ ਉਹਨਾਂ ਦਾ ਆਪਦਾ ਹੁੰਦਾ, ਉਹਨਾਂ ਦਾ ਨਿੱਜੀ ਹੁੰਦਾ, ਪਰ ਇਸ ਸੰਸਥਾ ਵੱਲੋਂ ਜਿਹੜਾ ਫਰੀਦਕੋਟ ਵਾਸੀਆਂ ਲਈ
ਆਲੇ ਦੁਆਲੇ ਦੇ ਵਾਸੀਆਂ ਲਈ, ਸਾਰੇ ਜ਼ਿਲ੍ਹੇ ਲਈ ਇਹ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਹੈ, ਜੋ ਕਿ ਇਹ ਇਕੱਲਾ ਇਹੀ ਨਹੀਂ, ਇਸ ਕਲੱਬ ਵੱਲੋਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰਧਾਨੀਆਂ ਨੇ ਆਪਾਂ ਨੂੰ ਦੱਸਿਆ ਵਿੱਚ ਐਂਬੂਲੈਂਸ, ਵੈਂਟੀਲੇਟਰ, ਮਲਮ ਪੱਟੀ, ਹੋਰ ਵੀ ਜਿਹੜੀ ਜੋ ਵੀ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹ ਉਹਨਾਂ ਦੀ ਜਿਹੜੀ ਲੋੜ ਹੈ ਪੂਰੀ ਕਰਦੇ ਆ। ਸੋ ਪੰਜਾਬ ਸਰਕਾਰ ਨੂੰ ਇਹਨਾਂ ਦੇ ਇਸ ਕਲੱਬ ਵੱਲ ਜਿਹੜੇ ਇਹਨਾਂ ਨੇ ਮੁਸ਼ਕਲਾਂ ਆਈਆਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ, ਪ੍ਰਸ਼ਾਸਨ ਨੂੰ ਇਸ ਕਲੱਬ ਦੀ ਵੱਧ ਚੜ੍ਹ ਕੇ ਜਿਹੜੀ ਹੈਲਪ ਕਰਨੀ ਚਾਹੀਦੀ ਹੈ। ਸੋ ਅਸੀਂ ਇਸ ਤਰ੍ਹਾਂ ਦੀਆਂ ਸਟੋਰੀਆਂ ਹੋਰ ਵੀ ਅੱਗੇ ਤੋਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਤਦ ਤੱਕ ਦੇਖਦੇ ਰਹੋ 24/7।